ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਸਤਿਗੁਰਾਂ ਦੀ ਬਾਣੀ, ਜੋ ਕਿ 3-4 ਦਿਨ ਪਹਿਲਾਂ, ਕਿਉਂਕਿ 2 ਤਰੀਕ ਤੋਂ ਬਾਅਦ ਆਪਾਂ ਇਹ ਲਾਈਵ ਨਹੀਂ ਹੋ ਸਕੇ, ਕਿਉਂਕਿ ਜਿੱਥੇ ਦਿੱਲੀ ਗਏ ਹੋਏ ਸੀ ਉੱਥੇ ਨੈਟਵਰਕ ਦੀ ਪ੍ਰੋਬਲਮ ਸੀ। ਸੋ ਫਿਰ ਆਪਾਂ ਹੁਣ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਉਸ ਦਿਨ ਵਿਚਾਰ ਕਰ ਰਹੇ ਸੀ। ਇੱਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ, ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀ। ਪ੍ਰਭੂ ਦੇ ਦਰਸ਼ਨ ਕਰਕੇ, ਦੇਖ ਕੇ ਉਸ ਪ੍ਰਭੂ ਨੂੰ, ਸਾਰੇ ਦੁੱਖ ਖਤਮ ਹੋ ਗਏ ਮੇਰੇ ਮਨ ਦੇ, ਤੇ ਇੱਛਾ ਮੇਰੇ ਮਨ ਦੀ ਪੂਰੀ ਹੋ ਗਈ। ਮਨ ਤਨ ਹਰਿਆ ਹੋ ਗਿਆ। ਹਰ ਹਰ ਨਾਮ ਜਪੇ ਜਪ ਧਰਿਆ ਜੀਓ। ਜਿਹੜਾ ਆਪ ਤਰ ਜਾਂਦਾ ਹੈ ਉਹ ਫਿਰ ਹਰੀ ਦੇ ਨਾਮ ਨੂੰ ਜਪਦਾ ਹੈ, ਹਰੀ ਦੇ ਨਾਮ ਦਾ ਗਿਆਨ ਦਿੰਦਾ ਹੈ, ਹਰੀ ਦੇ ਗੁਣ ਗਾਉਂਦਾ ਹੈ। ਜਿਵੇਂ ਆਪ ਜਿਹੜੇ ਗੁਰਮੁਖ ਤਰੇ, ਉਹ ਉਸ ਤੋਂ ਬਾਅਦ ਪ੍ਰਭੂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਸਾਨੂੰ ਇਹ ਬਿਆਨ ਕਰ ਰਹੇ ਨੇ, ਕਿਉਂਕਿ ਪਹਿਲਾਂ ਪ੍ਰਭੂ ਨੂੰ ਮਿਲੇ, ਫਿਰ ਜੋ ਅਵਸਥਾ ਉਹਨਾਂ ਆਪਣੀ ਆਨੰਦ ਦੀ ਬਿਆਨ ਕੀਤੀ ਹੈ। ਇਹ ਅਜਰ ਨਾਨਕ ਸੁਖ ਸਹੀ ਹੈ ਜੀਓ। ਇਹ ਫਿਰ ਸੁਖ ਹੈ ਜਿਹੜਾ ਇਹ ਪ੍ਰਾਪਤ ਹੋਇਆ, ਜਿਸ ਨੂੰ ਹਰ ਇੱਕ ਜੀਵ ਜਰ ਵੀ ਨਹੀਂ ਸਕਦਾ, ਅਜਰ ਹੈ। ਕਿਉਂਕਿ ਜਦ ਤੱਕ ਜੀਵ ਸੁਣ ਕੇ ਮੰਨ ਕੇ ਕਮਾਉਂਦਾ ਨਹੀਂ, ਇਸ ਆਨੰਦ ਨੂੰ ਨਹੀਂ ਮਾਣ ਸਕਦਾ। ਪਰ ਜਿਹੜਾ ਸੁਣਨਾ ਹੈ ਉਹ ਇੱਕ ਜੁਗਤ ਹੈ, ਇੱਕ ਗੁਰ ਹੈ, ਨੇੜੇ ਦੇਖਣਾ ਹੁੰਦਾ ਹੈ। ਉਸ ਨੂੰ ਸੁਣ ਕੇ ਮੰਨਣਾ ਬੜਾ ਔਖਾ ਹੈ। ਭਾਗਾਂ ਵਾਲੇ ਜੀਵ ਹੁੰਦੇ ਨੇ ਜਿਹੜੇ ਸੁਣ ਕੇ ਮੰਨ ਲੈਂਦੇ ਨੇ ਤੇ ਭਉ ਕਰਦੇ ਨੇ, ਕਿਉਂਕਿ ਨਹੀਂ ਤਾਂ ਹਰ ਇੱਕ ਜੀਵ ਦੇਖਦਾ ਹੈ ਕਿ ਅਸੀਂ ਵੀ ਦੇਖ ਹੀ ਰਹੇ ਹਾਂ। ਜੇ ਦਿਖਦਾ ਹੁੰਦਾ ਸਾਨੂੰ ਵੀ ਦਿਖਦਾ, ਕਿਉਂਕਿ ਜਦ ਤੱਕ ਗੁਰਬਾਣੀ ਪੜ੍ਹੀ ਨਹੀਂ ਜੀਵ ਨੇ ਕਿ ਗੁਰ ਤੋਂ ਬਿਨਾਂ ਅਸੀਂ ਨਹੀਂ ਦੇਖ ਸਕਦੇ। ਆਪ ਦੇਖਣਾ ਹੁੰਦਾ ਫਿਰ ਅਸੀਂ ਵਿਛੜਦੇ ਹੀ ਕਿਉਂ। ਮਹਾਰਾਜ ਸਮਝਾਉਂਦੇ ਨੇ, ਆਪਨ ਲਿਆ ਜੇ ਮਿਲੈ ਵਿਛੜ ਕਿਉਂ ਰਵਨ। ਵੀ ਆਪਨ ਲਿਆ ਮਿਲਦਾ ਹੁੰਦਾ ਫਿਰ ਅਸੀਂ ਵਿਛੜ ਕੇ ਅੱਜ ਰੋਂਦੇ ਕਿਉਂ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਉਹਨਾਂ ਦਾ ਸੰਗ ਕਰਕੇ ਸਾਨੂੰ ਪ੍ਰਾਪਤ ਹੁੰਦਾ ਜਿਹੜੇ ਉਸ ਦੇ ਰੰਗ ਨੂੰ ਮੰਨਦੇ ਨੇ। ਉਹਨਾਂ ਦਾ ਤੋਂ ਗਿਆਨ ਲੈ ਕੇ, ਗੁਰ ਲੈ ਕੇ ਹੀ ਅਸੀਂ ਦੇਖ ਸਕਦੇ ਹਾਂ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ ਉਸ ਦਿਨ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਅਗਲਾ ਸ਼ਬਦ ਵੀ ਗੌੜੀ ਮਾਝ, ਮਹੱਲਾ 5ਵਾਂ, ਮਹੱਲੇ 5ਵੇਂ ਦਾ ਗੌੜੀ ਮਾਝ ਰਾਗ ਦੇ ਵਿੱਚ ਇਹ ਸ਼ਬਦ ਹੈ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ, ਮਨ ਤਨ ਤੇਰਾ ਇਹ ਜੀਓ ਪਿਵਾਰੇ
ਜੀਓ। ਹੁਣ ਜਿਹੜੇ ਜੀਵ ਮਿਲਦੇ ਨੇ ਉਹਦੇ ਗੁਣ ਗਾਉਂਦੇ ਨੇ, ਉਹ ਦੂਜੇ ਜੀਵ ਨੂੰ ਵੀ ਫਿਰ ਸਮਝਾਉਂਦੇ ਨੇ। ਜਿਹੜਾ ਆਪ ਮਿਲਿਆ ਹੈ ਉਹ ਫਿਰ ਦੂਜੇ ਜੀਵ ਨੂੰ ਵੀ ਸਮਝਾਉਂਦਾ ਹੈ ਕਿ ਆਪਾਂ ਇਹ ਸਾਰਾ ਉਸ ਨੂੰ ਵਾਰਨਾ ਹੈ। ਹੇ ਸੱਜਣ, ਹੇ ਮਿੱਤਰ ਮਨ, ਸੁਣ ਤੂੰ ਪਹਿਲਾਂ ਉਸ ਪ੍ਰਭੂ ਦਾ ਗਿਆਨ ਲੈ ਤੇ ਆਪਣਾ ਜਿਹੜਾ ਮਨ ਤਨ ਹੈ ਇਹ ਵਾਰ ਦੇ, ਸੌਂਪ ਦੇ। ਸੌਂਪਣਾ ਕੀ ਹੁੰਦਾ ਹੈ ਕਿ ਆਪਾਂ ਸੁਣ ਕੇ ਮੰਨ ਕੇ ਚੱਲਣਾ ਹੈ। ਸਮਰਪਿਤ ਕਰ ਦੇਣਾ ਕੀ ਹੁੰਦਾ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਕੋਈ ਜੀਵ ਲਿਆਉਂਦੇ ਹਾਂ, ਕਿਸੇ ਨੂੰ ਦਿਹਾੜੀ ਪਰ ਲਿਆਉਂਦੇ ਹਾਂ, ਕਿਸੇ ਨੂੰ ਨੌਕਰ ਹੁੰਦਾ ਹੈ ਕੋਈ, ਉਸ ਨੂੰ ਜਿਵੇਂ ਉਸ ਦਾ ਮਾਲਕ ਕਹਿੰਦਾ ਹੈ ਉਵੇਂ ਉਹ ਕਰਦਾ ਹੈ। ਸਮੇਂ ਵਾਸਤੇ ਜਿੰਨਾ ਸਮਾਂ ਉਸ ਦੇ ਅਧੀਨ ਹੁੰਦਾ ਹੈ ਤੇ ਜਿਵੇਂ ਉਹ ਕਹਿੰਦਾ ਉਵੇਂ ਕਰਦਾ ਹੈ। ਇੱਥੇ ਵੀ ਜਿਵੇਂ ਫਿਰ ਜਦੋਂ ਆਪਾਂ ਕਰਦੇ ਹਾਂ, ਸੰਗਤ ਵਿੱਚ ਬੈਠ ਕੇ ਧਿਆਨ ਲਾਉਂਦੇ ਹਾਂ, ਤਨ ਮਨ ਵਾਰ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਤੁਹਾਨੂੰ ਕਹਿਣਗੇ ਉਵੇਂ ਤੁਸੀਂ ਕਰਨਾ ਹੈ। ਉਸ ਦਾ ਗਿਆਨ ਲੈਣਾ ਹੈ, ਜਿਵੇਂ ਕਹਿਣਗੇ ਉਵੇਂ ਕਰਨਾ ਹੈ, ਕਿਉਂਕਿ ਇੱਥੇ ਧਿਆਨ ਮਾਰਗ ਹੈ। ਜਿੱਥੇ ਜਿੱਥੇ ਕਹਿਣਗੇ ਉੱਥੇ ਉੱਥੇ ਧਿਆਨ ਲਗਾਉਣਾ ਹੈ। ਮਨ ਤਨ ਤੇਰਾ ਇਹ ਜੀਓ ਬੇਵਾਰੇ ਜੀਓ, ਬਿਸਰ ਨਾਹੀਂ ਪ੍ਰਭ ਪ੍ਰਾਣ ਆਧਾਰੇ ਜੀਓ। ਫਿਰ ਉਹ ਪ੍ਰਭੂ ਵਿਸਰਦਾ ਨਹੀਂ ਜਦੋਂ ਅਸੀਂ ਪ੍ਰਾਣਾਂ ਨੂੰ ਆਧਾਰ ਬਣਾ ਲੈਂਦੇ ਹਾਂ, ਜਦੋਂ ਸਵਾਸ ਗ੍ਰਾਸ ਤੇ ਆਉਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਪ੍ਰਾਣ ਦੇ ਕੇ ਉਹੀ ਸਾਨੂੰ ਜਿੰਦਾ ਰੱਖਦਾ ਹੈ, ਫਿਰ ਵਿਸਰਦਾ ਨਹੀਂ ਹੈ। ਪਰ ਉਸ ਨੂੰ ਪਾਉਣ ਵਾਸਤੇ ਇੱਕ ਵਾਰੀ ਆਪਾਂ ਸਮਰਪਿਤ ਕਰਨਾ ਪੈਂਦਾ ਹੈ। ਇਹ ਸਾਨੂੰ ਹੋਰ ਧਰਮਾਂ ਦੇ ਵਿੱਚ, ਹੋਰ ਗ੍ਰੰਥਾਂ ਦੇ ਵਿੱਚ ਵੀ ਸਮਝਾਇਆ ਹੈ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਦੱਸਿਆ ਗਿਆ ਹੈ। ਜਿਵੇਂ ਬਾਈਬਲ ਦੇ ਵਿੱਚ ਸਮਝਾਇਆ ਗਿਆ ਹੈ ਕਿ ਤੁਸੀਂ ਜੋ ਪ੍ਰਭੂ ਦਾ ਮਸੀਹ ਹੈ ਉਸ ਦੀ ਅਧੀਨਗੀ ਦੇ ਵਿੱਚ ਆਉਣਾ ਹੈ। ਅਧੀਨਗੀ ਵੀ ਉਹੀ ਹੁੰਦੀ ਹੈ ਕਿ ਜਿਵੇਂ ਉਹ ਕਹੇਗਾ ਉਵੇਂ ਕਰਨਾ ਹੈ। ਏਦਾਂ ਹੀ ਕੁਰਾਨ ਦੇ ਵਿੱਚ ਵੀ ਇਹ ਸਮਝਾਇਆ ਹੈ ਕਿ ਜਿਹੜੇ ਉਸਦੇ ਨਬੀ ਨੇ, ਉਸਦੇ ਰਸੂਲ ਨੇ ਅੱਲਾ ਦੇ, ਤੁਸੀਂ ਉਸਦੇ ਉੱਤੇ ਈਮਾਨ ਲਿਆਉਣਾ ਹੈ। ਈਮਾਨ ਲਿਆਉਣਾ ਵੀ ਵਿਸ਼ਵਾਸ ਕਰਕੇ ਚੱਲਣਾ ਹੁੰਦਾ ਹੈ। ਇਸ ਕਰਕੇ ਇਹ ਆਪਾਂ ਨੂੰ ਫਿਰ ਸਮਝਾਉਂਦੇ ਨੇ। ਫਿਰ ਉਸ ਨੂੰ ਪ੍ਰਾਣ ਦਾ ਆਧਾਰ ਬਣਾ ਲੈਂਦੇ ਹਾਂ, ਫਿਰ ਉਹ ਸਾਨੂੰ ਵਿਸਰਦਾ ਨਹੀਂ ਹੈ। ਸਦਾ ਤੇਰੀ ਸਰਨਾਈ ਜੀ, ਫਿਰ ਸਦਾ ਹੀ ਉਸ ਦੀ ਸ਼ਰਨ ਦੇ ਵਿੱਚ ਰਹਿੰਦੇ ਹਾਂ। ਉਹ ਸਾਡੇ ਸਨਮੁਖ ਰਹਿੰਦਾ, ਅਸੀਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦੇ ਹਾਂ। ਜਿਸ ਮਿਲਿਆ ਮਨ ਜੀਵੈ ਭਾਈ ਜੀਓ। ਵੀ ਜਿਹਨੂੰ ਮਿਲਣ ਦੇ ਨਾਲ ਸਾਡੇ ਮਨ ਦਾ ਜੀਵਨ ਸ਼ੁਰੂ ਹੋਣਾ ਹੈ, ਕਿਉਂਕਿ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਗੁਰਬਾਣੀ ਸਾਡੇ ਮਨ ਨੂੰ ਜੀਵਤ ਨਹੀਂ ਕਹਿੰਦੀ। ਸਰੀਰ ਜੀਵਤ ਹੈ ਲੇਕਿਨ ਮਨ ਮੁਰਦਾ ਹੈ। ਮਨ ਜੀਵਤ ਕਦੋਂ ਹੁੰਦਾ ਹੈ? ਜਦੋਂ ਸਾਡੇ ਮਨ ਦੇ ਵਿੱਚ ਪ੍ਰਭੂ ਵਸ ਜਾਂਦਾ ਹੈ। ਜੀ ਪ੍ਰਭੂ ਦੇ ਮਿਲਣ ਦੇ ਨਾਲ ਹੀ ਸਾਡੇ ਮਨ ਦਾ ਨੂੰ ਜੀਵਤ ਕਿਹਾ ਜਾਂਦਾ ਹੈ। ਇਸ ਕਰਕੇ ਉਹ ਸਮਝਾਉਂਦੇ ਨੇ ਵੀ ਜਿਹਦੇ ਮਿਲਣ ਦੇ ਨਾਲ ਤੇਰਾ ਜੀਵਨ ਹੋਣਾ ਹੈ। ਜਿਸ ਮਿਲਿਆ ਮਨ ਜੀਵੈ ਭਾਈ ਜੀਓ, ਗੁਰ ਪ੍ਰਸਾਦੀ ਸੋ ਹਰ ਹਰ ਭਾਈ ਜੀਓ। ਵੀ ਉਸ ਹਰੀ ਨੂੰ ਤੂੰ ਪਾ ਸਕਦਾ ਹੈ, ਜਾਂ ਉਸ ਹਰੀ ਨੂੰ ਤੂੰ ਪ੍ਰਾਪਤ ਕਰੀ, ਪਰ ਕਿਵੇਂ? ਗੁਰ ਦੇ ਗਿਆਨ ਦੁਆਰਾ ਕਮਾ ਕੇ, ਗੁਰ ਦੀ ਸੇਵਾ ਕਰਕੇ, ਗੁਰ ਦੀ ਕਿਰਪਾ ਦੇ ਨਾਲ। ਗੁਰ ਪ੍ਰਸਾਦੀ ਸੋ ਹਰ ਹਰ ਭਾਈ ਜੀਓ। ਕਿਉਂਕਿ ਮਹਾਰਾਜ ਸਮਝਾਉਂਦੇ ਨੇ ਵੀ ਉਹੀ ਜੀਵਤ ਹੈ ਜਿਹਦੇ ਮਨ ਵਿੱਚ ਹਰੀ ਵਸਿਆ ਹੈ। ਸੋ ਜੀਵੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ।
ਵੀ ਜੀਵਤ ਉਹੀ ਹੈ ਜਿਹਦੇ ਮਨ ਦੇ ਵਿੱਚ ਵਸਿਆ ਹੈ। ਜੀਵਨ ਤਉ ਗਣੀਐ ਹਰ ਭੇਖਾਂ। ਵੀ ਜੀਵਨ ਤਾਂ ਹੀ ਹੈ ਜੇ ਅਸੀਂ ਹਰੀ ਦੇ ਦਰਸ਼ਨ ਕਰਦੇ ਹਾਂ। ਨਹੀਂ ਤਾਂ ਚਾਹੇ 100 ਵਰੇ ਅਸੀਂ ਜੀ ਲਈਏ, ਖਾਂਦੇ ਪਹਿਨਦੇ ਰਹੀਏ, ਪਰ ਅਸੀਂ ਪ੍ਰਵਾਨ ਨਹੀਂ ਹਾਂ। ਪ੍ਰਵਾਨ ਸਾਡਾ ਜੀਵਨ ਉਦੋਂ ਹੀ ਹੈ ਜਦੋਂ ਅਸੀਂ ਉਸ ਦੇ ਦਰਸ਼ਨ ਕਰ ਲੈਂਦੇ ਹਾਂ। ਪਰ ਸਮਝਾਉਂਦੇ ਨੇ, ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪ੍ਰਵਾਨ। ਹੁਣ ਉਸ ਦੇ ਮਿਲਦੇ ਨਾਲ ਜੀਵਨ ਹੈ, ਲੇਕਿਨ ਉਹ ਪ੍ਰਾਪਤ ਕਿਵੇਂ ਹੁੰਦਾ, ਉਸ ਨੂੰ ਮਿਲਿਆ ਕਿਵੇਂ ਜਾਂਦਾ ਹੈ? ਗੁਰ ਦੇ ਗਿਆਨ ਲੈ ਕੇ, ਸੁਣ ਕੇ, ਮੰਨ ਕੇ, ਕਮਾ ਕੇ। ਸਭ ਕਿਛ ਪ੍ਰਭ ਕਾ, ਪ੍ਰਭ ਕੀਆ ਜਾਈ ਜੀਓ। ਕਿਉਂਕਿ ਆਪਾਂ ਜੋ ਆਪਣਾ ਕੁਛ ਵੀ ਨਹੀਂ ਹੈ, ਜਿਨ੍ਹਾਂ ਪ੍ਰਭੂ ਨੂੰ ਪਾਇਆ, ਉਹਨਾਂ ਸਾਨੂੰ ਦੱਸਿਆ ਵੀ ਅਸੀਂ ਸਾਰਾ ਕੁਛ ਉਸ ਨੂੰ ਸੌਂਪ ਦਿੱਤਾ। ਫਿਰ ਜਦੋਂ ਸੌਂਪ ਦਿੱਤਾ, ਫਿਰ ਸਾਡਾ ਕੁਛ ਨਹੀਂ ਲੱਗਦਾ। ਜਾਂ ਤੇਰਾ, ਇਹਨੂੰ ਸਮਝਾਉਂਦੇ ਨੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਕਬੀਰ ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। ਮੈਨੂੰ ਸੌਂਪਤਾ, ਫਿਰ ਮੇਰਾ ਨਹੀਂ ਹੈ, ਫਿਰ ਉਸ ਦਾ ਹੈ। ਜਦੋਂ ਉਸ ਨੂੰ ਆਪਾਂ ਸੌਂਪ ਦਿੰਦੇ ਹਾਂ, ਪ੍ਰਭ ਕੋ ਸਦ ਬਲ ਜਾਈ ਜੀਓ, ਸਦਾ ਉਸ ਤੋਂ ਬਲਿਹਾਰੇ ਜਾਣਾ ਹੈ। ਕਿਉਂਕਿ ਜਿਹੜੇ ਜੀਵ ਸਿਰਫ ਪ੍ਰਭੂ ਤੋਂ ਬਲਿਹਾਰੇ ਜਾਂਦੇ ਨੇ, ਉਹਨਾਂ ਤੇ ਮਾਲਕ ਖੁਸ਼ ਹੁੰਦਾ ਹੈ। ਜੇ ਅਸੀਂ ਪ੍ਰਭੂ ਨੂੰ ਧਿਆਉਂਦੇ ਵੀ ਹਾਂ ਤੇ ਉਸ ਦਾ ਹੋਰ ਦੀ ਵੀ ਕਰੀ ਜਾਂਦੇ ਹਾਂ, ਪਿਆਰ ਅਸੀਂ ਹੋਰ ਨਾਲ ਵੀ ਕਰਦੇ ਹਾਂ। ਠੀਕ ਆ, ਸੰਸਾਰ ਦੇ ਵਿੱਚ ਆਪਾਂ ਵਿਚਰਨਾ ਹੈ, ਲੇਕਿਨ ਆਪਾਂ ਸਾਰਿਆਂ ਨੂੰ ਹਰੀ ਦਾ ਰੂਪ ਸਮਝ ਕੇ ਵਿਚਰਨਾ ਹੈ। ਫਿਰ ਹਰੀ ਖੁਸ਼ ਹੈ। ਹਰੀ ਤੋਂ ਹਰ ਇੱਕ ਚ ਆਪਾਂ ਮਾਲਕ ਨੂੰ ਦੇਖਣਾ ਹੈ। ਇਹ ਨਿਧਾਨ ਜਪੈ ਬੜ ਭਾਗੀ ਜੀਓ। ਹੁਣ ਜਿਹੜਾ ਖਜ਼ਾਨਾ ਹੈ, ਜਿਹੜੇ ਗਿਆਨ ਦਿੰਦੇ ਨੇ, ਜਿਹੜੇ ਉਸ ਪ੍ਰਭੂ ਨੂੰ ਜਪਦੇ ਨੇ, ਉਹ ਬੜ ਭਾਗੀ ਨੇ, ਕਿਉਂਕਿ ਉਸ ਦਾ ਆਪਣਾ ਦਿੱਤਾ ਪ੍ਰਭੂ ਦਾ ਖਜ਼ਾਨਾ ਹੈ। ਤਾਂ ਹੀ ਮਿਲਦਾ ਹੈ ਜੇ ਆਪਾਂ ਉਸ ਨੂੰ ਸਮਰਪਿਤ ਕਰ ਦਿੰਦੇ ਹਾਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਫਿਰ ਉਹ ਮਾਲਿਕ ਇੱਕ ਖਜ਼ਾਨਾ ਦਿੰਦਾ ਹੈ। ਬੜ ਭਾਗੀ ਬਣ ਜਾਂਦੇ ਹਾਂ। ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਉਹਨਾਂ ਦੀ ਲਿਵ ਇੱਕ ਨਾਮ ਨਿਰੰਜਨ ਦੇ ਨਾਲ ਲੱਗੀ ਹੈ। ਮਹਾਰਾਜ ਸਮਝਾਉਂਦੇ ਨੇ ਕਿ ਭਗਤ ਉਹੀ ਨੇ ਜਿਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਨਾ ਹੋਵੇ, ਇੱਕ ਪਰਮੇਸ਼ਰ ਹੀ ਵਸਦਾ ਹੋਵੇ। ਭਗਤ ਭਗਤ ਸੁਣੀਏ ਤੇ ਲੋਏ, ਜਾ ਕਾ ਹਿਰਦਾ ਏਕੋ ਹੋਏ। ਵੀ ਸੰਸਾਰ 'ਚ ਉਹੀ ਭਗਤ ਨੇ ਜਿਨ੍ਹਾਂ ਦੇ ਹਿਰਦੇ 'ਚ ਇੱਕ ਮਾਲਿਕ ਹੀ ਵਸਿਆ ਹੋਵੇ, ਜਿਨ੍ਹਾਂ ਦੀ ਪ੍ਰੀਤ ਹਰੀ ਦੇ ਨਾਲ ਹੋਵੇ। ਇੱਕ ਨੂੰ ਜਪਦੇ ਹੋਣ, ਇੱਕ ਨੂੰ ਸਲਾਉਂਦੇ ਹੋਣ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਏ। ਮਨ ਦੇ ਵਿੱਚ ਇੱਕ ਨੂੰ ਹੀ ਲੋਚਦੇ ਹੋਣ, ਉਸੇ ਨੂੰ ਸਿਮਰਦੇ ਹੋਣ, ਫਿਰ ਹੀ ਅਸਲੀ ਭਗਤ ਗੁਰਬਾਣੀ ਅਨੁਸਾਰ ਸਾਨੂੰ ਸਮਝ ਕਹਿੰਦੇ ਨੇ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀ। ਪੂਰਾ ਗੁਰ ਪ੍ਰਾਪਤ ਹੁੰਦਾ ਹੈ ਤੇ ਸਾਰੇ ਦੁੱਖ ਮਿਟ ਜਾਂਦੇ ਨੇ, ਕਿਉਂਕਿ ਗੁਰ ਹੀ ਸਾਡੇ ਜਿਹੜਾ ਹੈ ਰੋਗਾਂ ਨੂੰ ਕੱਟਦਾ ਹੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਕਿਉਂਕਿ ਗੁਰ ਹੀ ਸਾਡੇ ਜਮਾਂ ਦੇ ਭਾਈ ਨੂੰ ਕੱਟਦਾ ਹੈ। ਪਰ ਪੂਰਾ ਹੋਵੇ। ਪੂਰਾ ਗੁਰ ਕਿੱਥੋਂ ਹੁੰਦਾ ਹੈ? ਜਿਹੜੇ ਪ੍ਰਭੂ ਨੂੰ ਪੂਰੇ ਨੂੰ ਅਰਾਧਦੇ ਨੇ। ਉਹਨਾਂ ਦਾ ਦਿੱਤਾ ਹੋਇਆ ਜਿਹੜਾ ਗਿਆਨ ਹੈ, ਉਸ ਗਿਆਨ ਨੂੰ
पूरा कहते हैं। पूरा प्रभ आराध्या पूरा जाका नाओ, नानक पूरा पाया पूरे के गुण गाओ। इस श्लोक तो बाद फिर अष्टपदी शुरू होंदी है। पूरे गुर का सुन उपदेश पार ब्रह्म निकट कर पेख। आठ पहर गुण गाया जियो। फिर 8 पहर कोई समा नहीं है। जिमें आपां नूं हुण किवें बंधन च बंधिया है कि सवेर टाइम तुसीं नितनेम कर लेना है, फिर शाम नूं कर लेना है, पर गुरबाणी दे विच ऐसा नहीं है। गुरबाणी कहती है जे बेला वक्त विचारीए किस बेला भगत होए एक क्षण प्यारा बिसरा भगत के नहीं होए। विच एक क्षण भी बिसर गया कादी भगती है। इस करके साडे वास्ते सदा ही प्रभु की भगती है। सदा ही असीं सिर्फ सलाह करते हाँ। हुण आपां संगत रूप दे विच बैठ के उसकी सिर्फ सलाह करते हाँ, सुनते हाँ। लेकिन जदों असीं साडा एक ऐसा हो जाता है कि असीं उस दे विच ही रहंदे ते उसे दी सिर्फ सलाह मन साडा सदा करता रहता है। मन उस्तत करता रहता है। बेशक तन द्वारा भी आप करते हाँ, बोल के भी करते हाँ, लेकिन मन हर समय करता है। तो महाराज समझाते हैं कि अपन निरंकार की उस्तत करनी है। मन ने उस्तत मन मह कर निरंकार कर मन मेरे सत व्यवहार। ये सच्चा व्यवहार है। इस करके महाराज समझाते हैं 8 पहर उस प्रभु के गुण। 8 पहर का मतलब की है क्योंकि जदों आपां सौ जाते हाँ तो उदों परिस्थिति नूं छड्ड जाते हाँ, समाउंदे हाँ सुन मंडल दे विच। ते जदों आपां संसार च आ जाते हाँ असीं हर वक्त तत्पर रहते हैं उस प्रभु की सिर्फ सलाह करन। जे किते रात नूं भी मिलते हाँ अद्धी अद्धी रात सारी रात भी 12-1 बजे तक जीव उस प्रभु की सिर्फ सलाह करता रहता है। जिमें देखते हाँ जदों आपां संगत दे विच किते इकट्ठे हुंदे हाँ, प्रोग्राम हुंदे ने, वो संगतां नूं पता है कि मैं 11-12-1 बजे तक भी बैठ के उस प्रभु दियां विचारां करी जाते हैं। क्योंकि उस वास्ते वेला नहीं है भी ऐसे समय 8 पहर दे विच किते भी आप उस प्रभु की सिर्फ सलाह कर सकते हैं। जदों आप उस प्रभु की सिर्फ सलाह करते हाँ, उसकी विचार करते हाँ, वही उसकी रहरास होंदी है। वही साडा अमृत वेला हुंदा है। अमृत वेला सच नौ वडियाई विचार। रतन पदार्थ हर नाम तुम्हारा जी। हरि दा जिहड़ा नाम है वही असली रतन पदार्थ है। तू सच्चा सा भगत वनजारा जी। सच्चा सा है मालिक ते जिहड़े उहदे भगत ने उहदे वनजारे ने। जिवें आपां देखते हाँ कि जिहड़ा बड़ा मालिक हुंदा है, बड़े 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 लोग ने जिन्हां दे अगे बहुत सारे कारोबार ने ते वो अगे अपने हटां ते नौकर रख दिंदे ने जिहड़े वणज करदे ने। इदां ही परमेश्वर सच्चा सा, उसका पता नहीं किड्डा क वणजा है, क्योंकि सारे दा मालिक है। उसने सारे चाकर बना के लाए ने, नौकर लाए ने, जिहदे विच ब्रह्मा विष्णु महेश भी उसदे नौकर ने। पर वह संसारी वस्तां उन्हां दे कोल ने, त्रिगुणी वस्तां ने। इदां ही भगतां नूं भी अपने नूं नाम दा वंज करन विच ला देंदा है। मालिक वही है, संसारिक वस्तां दा मालिक भी वो है ते नाम दा
भंडारा भी उसे दे कोल है। इस करके सच्चा साथ ते परमेश्वर ही है, उस तो बिना दूजा नहीं है। इस करके मेरा समझाते ने, पर उहदे भगत ने उहदे नाम दा वंज करते ने। तू सच्चा सा भगत वणजारा जियो, हर धन रास सच वपारा जियो। फिर उहदे भगतां दे कोल हरि दे धन दा खजाना है। वो वणज किहड़ा करदे ने? सच्चा। वपार किहड़ा करदे ने? सच्चा। उन्हां दा शरीर ही हट हुंदा, क्योंकि अपना शरीर 10 द्वारां दा है। वो फिर प्रभु दे नाल मिलावन दा व्यापार करदे ने। जिवें धन गुरु नानक साहब महाराज जी समझाउंदे ने कि जिहड़ा साडा ये शरीर है, ये हरि दा हट है। इहदे विच असीं वणज करदे हां, उस मालक दा हट है। यह तन हाट सराप को पाई, वखर नाम व्यापार। इहदे च खजाना है, व्यापार करने वास्ते मालक ने सानू दिता है। यह व्यापार सो दृढ़ है पाई, गुर शब्द करे विचार। ये व्यापार नूं कौन करदा है? जिहड़ा गुर शब्द दी विचार करता है। धन व्यापारी नानका पाई, मेल करे व्यापार। भी वो धन ने व्यापारी उहदे ਜਿਹੜੇ प्रभु दे नाल मिलाउंदे ने, ਉਹ वणज करदे ने, ਉਹ व्यापार करदे ने। इस करके मालक ਉਹ है ते ਉਹਦੇ भगत ਉਹਦੇ ਚਾਕਰ ने, वणजारे ने। जिवें तीजे पातशाह जी सानू समझाउंदे ने कि हर रास मेरी मन वणजारा, हर रास मेरी मन वणजारा, सतगुर ते रास जानी। हर हर नित जपियो जियो, लाहा कटियो दिहाड़ी। भी फिर वो दिहाड़ी दा लाह कटदे ने, हरि तो जपदे ने। पर एक खजाना मिलदा किनू है? जिहड़े उस प्रभु नूं पाउंदे ने। यह धन तिन्हां मिलिया जिन हर आपे पाणा, कह नानक हर रास मेरी मन हुआ वणजारा। इस करके समझाउंदे ने किवें आपां पाउंदे कि आपां उस नूं समर्पित कर दिंदे हां, अपना नहीं समझदे, फिर उस नूं पाउंदे हां। जन नानक सद बलिहारा जी, ਉਹਦੇ ਜਨ ਨੇ ਉਹ ਸਦਾ ਉਸ ਪ੍ਰਭੂ ਤੋਂ ਹੀ ਬਲਿਹਾਰੇ ਜਾਂਦੇ ਨੇ। ਤੇ ਫਿਰ ਉਹ ਉਹਨਾਂ ਨੂੰ ਇੱਕ ਖਜ਼ਾਨਾ ਦਿੰਦਾ ਹੈ। ਫਿਰ ਉਹ ਵਪਾਰ ਕਰਦੇ ਨੇ, ਬੜਭਾਗੀ ਬਣਦੇ ਨੇ ਤੇ ਉਸ ਪ੍ਰਭੂ ਦੇ ਖਰੀਦੇ ਹੋਏ ਨੇ, ਉਸ ਦੇ ਕੋਲੇ ਹੁੰਦੇ ਨੇ, ਪਰ ਹੁੰਦੇ ਬੜੇ ਭਾਗੇ ਨੇ। ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਤੇ ਉਹ ਕਹਿੰਦੇ ਵੀ ਅਸੀਂ ਤਾਂ ਪ੍ਰਭੂ ਦੇ ਖਰੀਦੇ ਹੋਏ ਗੋਲੇ ਹਾਂ, ਪਰ ਸਾਡਾ ਨਾਮ ਕੀ ਹੈ? ਸੁਪਾਕਾ। ਮੁੱਲ ਖਰੀਦਾ ਲਾਲਾ ਗੋਲਾ, ਮੇਰਾ ਨਾਮ ਸੁਪਾਕਾ। ਵੀ ਮੈਂ ਮੁੱਲ ਖਰੀਦਿਆ ਉਸ ਪ੍ਰਭੂ ਦਾ, ਬਹਿ ਖਰੀਦਿਆ ਹੋਇਆ ਹਾਂ, ਪਰ ਮੇਰਾ ਨਾਂ ਸੁਪਾਕਾ ਹੈ, ਕਿਉਂਕਿ ਮੈਂ ਪ੍ਰਭੂ ਨੂੰ ਪਾ ਗਿਆ ਤੇ ਪ੍ਰਭੂ ਨੇ ਮੈਨੂੰ ਖਰੀਦ ਲਿਆ। ਜਿਵੇਂ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਦੁਕਾਨ ਤੇ ਜਾਂਦੇ ਹਾਂ, ਆਪਾਂ ਖਰੀਦ ਲੈਂਦੇ ਹਾਂ, ਜਿਹੜੀ ਸਾਨੂੰ ਚੰਗੀ ਲੱਗਦੀ ਹੈ, ਸਾਨੂੰ ਪਾਉਂਦੀ ਹੈ। ਏਦਾਂ ਜਿਹੜੇ ਪ੍ਰਭੂ ਨੂੰ ਪਾ ਜਾਂਦੇ ਨੇ ਤੇ ਪ੍ਰਭੂ ਉਹਨਾਂ ਨੂੰ ਖਰੀਦ ਲੈਂਦਾ ਹੈ। ਹੋ ਬੰਦਾ ਬੈ ਖਰੀਦ, ਵੀ ਅਸੀਂ ਤਾਂ ਬੈ ਖਰੀਦੇ ਹੋਏ ਮਾਲਕ ਦੇ। ਉਹ ਸਾਨੂੰ ਪਰ ਹੈ ਸੁਭਾਗੇ, ਕਿਉਂਕਿ ਸਾਨੂੰ ਪ੍ਰਭੂ ਨੇ ਖਰੀਦ ਲਿਆ। ਅਗਲਾ ਸ਼ਬਦ ਰਾਗ ਗੌੜੀ ਮਾਝ ਮਹੱਲਾ ਪੰਜਵਾਂ। ਰਾਗ ਗੌੜੀ ਦੇ ਵਿੱਚ ਮਾਝ ਦੇ ਵਿੱਚ, ਗੌੜੀ ਮਾਝ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ।
उस प्रभु की किरपा सदका वो मालिक सानू एक उस ज्ञान दे नाल जोड़ लैंदा है ते सानू एक कार दे विच ला देंदा है ਜਿਹੜੇ ਉਸ ਨੂੰ ਪਾ ਜਾਂਦੇ ਨੇ। ਤੇ ਹੁਣ ਜਿਹੜੇ ਉਸ ਨੂੰ ਪਾ ਜਾਂਦੇ ਨੇ ਉਹਨਾਂ ਦੇ ਬਾਰੇ ਫਿਰ ਸਾਨੂੰ ਦੱਸਿਆ ਹੈ ਜੋ ਪ੍ਰਭੂ ਨੂੰ ਪਾਏ ਕਿ ਕਿਵੇਂ ਵਿਚਰਦੇ ਨੇ। ਤੂੰ ਮੇਰਾ ਬਹੁਮਾਨ ਕਰਦੇ, ਤੂੰ ਮੇਰਾ ਬਹੁਮਾਨ। ਵੀ ਸਾਡਾ ਮਾਣ ਕੀ ਹੈ? ਅਸੀਂ ਤਾਂ ਨਿਮਾਣੇ ਹਾਂ, ਪਰ ਤੂੰ ਹੀ ਸਾਡਾ ਮਾਣ ਹੈ। ਕਿੰਨਾ ਮਾਣ ਹੈ ਸਾਨੂੰ ਉਸ ਪ੍ਰਭੂ ਤੇ, ਬਹੁਤ, ਕਿਉਂਕਿ ਦੂਜੇ ਤੇ ਸਾਨੂੰ ਮਾਣ ਨਹੀਂ ਹੈ। ਅਸੀਂ ਮਾਣ ਕਰਦੇ ਹਾਂ ਉਸ ਪ੍ਰਭੂ ਦੇ ਉੱਤੇ। ਮਾਣ ਕਰੂੰ ਤੁਧ ਉਪਰੇ। ਅਸੀਂ ਕਿਸੇ ਚੀਜ਼ ਤੇ ਨਹੀਂ ਮਾਣ ਕਰਦੇ, ਕਿਉਂਕਿ ਹੋਰ ਚੀਜ਼ ਤੇ ਆਪਾਂ ਮਾਣ ਕਰਾਂਗੇ ਤੇ ਪ੍ਰਭੂ ਨੂੰ ਨਹੀਂ ਪਾਉਂਦੇ। ਰਾਜ ਭਾਗ ਦਾ ਮਾਣ ਕਰਾਂਗੇ ਤੇ ਸਜ਼ਾ ਮਿਲੇਗੀ। ਧਨ ਜੋਬਨ ਦਾ ਮਾਣ ਕਰਾਂਗੇ, ਸਜ਼ਾ ਮਿਲੇਗੀ। ਜਿਸਨੂੰ ਆਪਾਂ ਪੜ੍ਹਦੇ ਹਾਂ, जिसके अंतर राज अमान सो नरक पाती होवत सुआन, जो जाने मैं जोबन बंत सो होवत पिष्टा का जंत। आपस को कर्मबंत कहावै, जन्म रे बहु जोन प्रमावै, तन भूमि का जो करे कुमान, सो मूर्खंदा अज्ञान। कर कृपा जिसके हृदय गरीबी बसावै, नानक इहाँ मुक्त आगै सुख पावै। जदों असीं गरीब ते फिर असीं किस ते मान करदे? उस प्रभु ते, क्योंकि प्रभु गरीब निवाज है। ये नहीं भी असीं गरीब कोई आर्थिक पक्षों होई, असीं सारा कुछ होंदे भी उस प्रभु दा समझिए, उसे दा मान करिए। जोर तुम्हारा सुख वसां, सच शब्द निशान। तेरे सच्चे शब्द नूं असीं पछाण लिया है, सच्चे शब्द नूं आधार बना लिया है, नाम नूं आधार बन लिया है। तेरे बल सदका असीं सुखी वसते हाँ। इस करके सानू तेरा ही मान है। कितना मान है? बहुत। तू मेरा बहुमान करते, तू मेरा बहुमान। रहो ये रहो पंक्तियां सी शब्दियां, क्योंकि दो आपां शब्द विचारे पहला, उन्हां दे विच रहो पंक्ति नहीं सी। एक उस दिन विचारिया सी, जिहड़ा पहला आपां विचार के आए हाँ, लेकिन इस दे विच रहो पंक्ति है। सभे गल्लां जातियां सुन के चुप किया। जानिया सुनिया लेकिन चुप कर जाता है, क्योंकि सुन के आप बोलना नहीं होता। पहला आप उसनूं ध्याना है। इन्हूं बारे समझाउंदे ने, मूँह के बोलन बोलिए, जित सुन तरे प्यार। भी पहले सुनना है, सुन के प्यार पा लेना है, बोलना नहीं है, क्योंकि प्रभु दे नाल प्यार करना है। इत्थे सानूं समझाउंदे ने कि असीं हुण जाणिया उसनूं ते चुप कर गए। कद ही सुरत न लतीयां माया मोहड़िया। कहते पहला सानू ज्ञान नहीं सी, पहला असीं माया दे विच मोह दे विच फसे सी। सानू पता ही नहीं सी भी सानू किहड़ी सुरती है, किवें असीं उसनूं देखना है, क्योंकि देखण विच आउंदा है, उस प्यार नाल पाया जांदा है। पर हुण जाण लिया, हुण सुन के चुप करके उस प्रभु दे नाल ध्याना शुरू कर दिता। दे बुझा रत सारथ सियक्की डिठड़ियां। भी सानू बुझाता, सानू ज्ञान दिता ते असीं वो जो बुझाया उहदे च रते गए।
पर किने बुझाया? जिन्ना उहदे च रत्ते सी वो बुझा देंदे ने। जिन्हां ने अखीं देखिया उसनूं उन्हां सानू बुझा दिता। दे बुझा रत सारता से अखीं डिठड़िया। भी फिर अखां दे नाल देखिया, पर बुझाया किने, ज्ञान किने दिता? जिन्ना आप देखिया उस प्रभु नूं। क्योंकि उन्हां दा संग करके ही असीं साडा उद्धार हुंदा है। जिवें सुखमनी साहिब दी बाणी दे विच पढ़दे हां भी जिहड़े तेरे दर्शन करते ने उन्हां दा सानू संग बख्श, उन्हां दा संग बख्श के सानू भी उभार, साडा भी उद्धार कर। कांखी एक है दर्श तुहारो, नानक उन संग मोहे उधारो। जिहड़े तेरे दर्शन करते ने, जे तेनू देखते ने, तेरे तो बिना होर नहीं देखते, उन्हां दा संग सानू भी बख्श, साडा भी उधार कर। कोई जे मूर्ख लोभिया मूल ना सुनी कहया। भी जे कोई मूर्ख कोई लोभी मिल गया उहदा नहीं असीं सुनदे। हुण सिर्फ किहदा सुनदे? जिन्हें अखां दे नाल उस मालिक नूं देखिया है, जिहड़ा आप रत्या है उस दे विच। उसे ने सानू बुझा दिता। हुण जे सानू कोई लोभी मिलदा है, कोई मूर्ख, असीं उसदा कहा नहीं सुनदे, क्योंकि उस प्रभु ते मन है। इकस दर इकस दो चौक्या गणी, सब इकत साध मुठी। ते समझाउंदे ने भी सुनिए किस दी? कोई कद्दा होवे जो उस प्रभु तो विछड़ा, जो मोह दे विच ना फसिया, ओह च फसिया कोई कद्दा नहीं है। भी ना एक ना दो ना चौ, भी उन्हां दी तां गिणती नहीं कीती जा सकदी, जिहड़े इस माया दे लोभ दे स्वाद दे विच फसे होए ने। इकस दो चौ क्या गणी, सब इकत साध मुठी। भी सारे उस मोह दे विच, लोभ दे विच ही ठगे जा रहे ने। असीं उन्हां दा क्या नहीं सुनदे। इक अद नाए रस्सी अड़ा, का विरली जाए उठी। भी कोई एक अद्धा ही ऐसा जिहड़ा रस्सी उहदे रस दे विच रत्या है, उहदे रस नूं माण रहा है, उसे दे कोल जाके ही असीं ज्ञान लैंदे हां। जे कोई लोभी मूर्ख उसदी नहीं सुनदे, लेकिन उसदी सुनी जिहड़ा उहदे च रत्या होया है। पर उहदी सुन के असीं चुप कर गए, बोले नहीं हैं, क्योंकि प्यार ही पाया जाता है। भगत सच्चे दर सोहदे, आनंद करे दिन रात। जिहड़े भगत ने उस प्रभु दे दर ते सोंदे ने, उस सच्चे दर ते आनंद करते ने दिन रात, क्योंकि उस प्रभु दे दर ते वसदे ने। क्योंकि प्रभु नूं ओही भगत पाउंदे ने जिहड़े उस प्रभु दे दर ते खड़ के उस प्रभु दी भगती करदे ने ते उस प्रभु दे गुण गाउंदे ने। भगत तेरे मन भावदे, दर सोहन कीरत गावदे। पर हुण उस दर दा सोझी ही नहीं लैण जांदा जीव, ते अनहोदा ही अपने आप नूं गणाउंदे ने। पर समझाउंदे ने नानक कर्मां बाहरे, दर ढो ना लैणी ताबदे। कहंदे एक वो जीव ने जिहड़े कर्मां तो बाहरे ने, और उस प्रभु दे दर ते ढो ही नहीं लैंदे, वो ज्ञान नहीं लैंदे, क्योंकि कर्म ही नहीं पाया मालिक ने उन्हां नूं। कर्म जिहड़ा साडा भगती जी आपां अज बैठे सुणदे हां, करदे हां, त्याउंदे हां, ये कोई आपां नहीं भी असीं त्याउंदे हां, असीं ये कर लिया, असीं त्याउण लग गए, ऐसा नहीं है प्यारेओ। क्योंकि उस प्रभु दी दया है साडे ते कि उसने सानू ये कर्म पा दिता है। जिन्हां नूं भगती नहीं पाउंदा, किस कोई जीव निंदा करदा है, जे आपां कहिए भी निंदा आ जीव करदा है, महाराज कहंदे नहीं, ये भी मालिक दे वल्लों उसनूं कर्म पाया है, क्योंकि उसदे कर्म ही ऐसे कीते ने कि मनुखा जन्म दे विच उसनूं
ਨਿੰਦਾ ਦਾ ਕਰਮ ਪਾ ਦਿੱਤਾ। ਜਿਸ ਮਹਾਰਾਜ ਸਮਝਾਉਂਦੇ ਨੇ, ਆਪਾਂ ਪੜ੍ਹਦੇ ਸੁਖਮਨੀ ਸਾਹਿਬ ਦੇ ਵਿੱਚ, ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਜਿਨ੍ਹਾਂ ਤੇ ਦਇਆ ਕਰਦਾ ਉਸ ਨੂੰ ਆਪਣੀ ਭਗਤੀ ਚ ਲਾ ਲੈਂਦਾ ਹੈ। ਕਰ ਕਿਰਪਾ ਜਿਸ ਆਪਨ ਨਾਇ ਲਾਵੈ, ਨਾਨਕ ਚੌਥੇ ਪਦ ਮੈਂ ਸੋ ਜਨ ਪਰਮਗਤ ਪਾਵੈ। ਜਿਹਨੂੰ ਆਪ ਕਿਰਪਾ ਕਰਦਾ ਹੈ ਉਹੀ ਉਸ ਦੀ ਭਗਤੀ ਕਰ ਸਕਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਜਿਹੜੇ ਉਹਦੇ ਭਗਤ ਨੇ ਉਹਦੇ ਦਰ ਤੇ ਸੌਂਦੇ ਨੇ, ਆਨੰਦ ਕਰਦੇ ਨੇ ਦਿਨ ਰਾਤ। ਰੰਗ ਰਤੇ ਪਰਮੇਸ਼ਰੈ, ਜਨ ਨਾਨਕ ਤਿਨ ਬਲ ਜਾਤ। ਵੀ ਉਹਦੇ ਰੰਗ ਦੇ ਵਿੱਚ ਰੱਤੇ ਨੇ, ਪਰਮੇਸ਼ਰ ਦੇ ਰੰਗ ਦੇ ਵਿੱਚ ਰੱਤੇ ਨੇ, ਤੇ ਐਸੇ ਜਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ, ਜਿਹੜੇ ਸਿਰਫ ਉਸ ਪ੍ਰਭੂ ਦਾ ਹੀ ਮਨ ਕਰਦੇ ਨੇ, ਉਸ ਦੇ ਦਰ ਤੇ। ਵੀ ਤੇਰੇ ਹੀ ਕਿਰਪਾ ਨਾਲ ਅਸੀਂ ਸੁਖੀ ਵਸ ਰਹੇ ਹਾਂ। ਸਾਨੂੰ ਤੇਰਾ ਮਾਣ ਥੋੜਾ ਨਹੀਂ, ਬਹੁਤ, ਕਿਉਂਕਿ ਤੇਰੇ ਵਰਗਾ ਦੂਜਾ ਕੋਈ ਹੈ ਨਹੀਂ ਹੈ। ਇੰਨਾ ਪਿਆਰ ਮਾਲਿਕ ਦੇ ਨਾਲ ਪਾ ਲੈਂਦੇ ਭਗਤਾਂ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪਿਆਰ ਪਾਇਆ ਤੇ ਦੇਖਿਆ ਵੀ ਤੂੰ ਤਾਂ ਜਿੱਥੇ ਜਾਈਏ ਉੱਥੇ ਤੂੰ ਹਾਜ਼ਰ ਹੈ, ਉੱਥੇ ਤੇਰੀ ਅਸੀਂ ਸੇਵਾ ਕਰਦੇ ਹਾਂ, ਤੇਰੇ ਦਰਸ਼ਨ ਕਰਦੇ ਹਾਂ। ਦੂਜਾ ਤਾਂ ਹੈ ਹੀ ਕੋਈ ਨਹੀਂ ਤੇਰੇ ਵਰਗਾ, ਕਿਉਂਕਿ ਹੋਰ ਤਾਂ ਇੱਕ ਥਾਂ ਹੋ ਸਕਦਾ, ਦੂਜੀ ਥਾਂ ਨਹੀਂ ਹੁੰਦਾ। ਲੇਕਿਨ ਪ੍ਰਭੂ ਜੋ ਹੈ ਹਰ ਥਾਂ ਹੈ, ਜਰੇ ਜਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ। ਬਾਬਾ ਰਵਿਦਾਸ ਜੀ ਸਮਝਾਉਂਦੇ ਨੇ, ਤੁਝ ਸਾ ਠਾकुर ਔਰ ਨਾ ਦੇਵਾ, ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ। ਜਿੱਥੇ ਵੀ ਜਾਈਏ ਉੱਥੇ ਤੇਰੀ ਸੇਵਾ ਕਰਦੇ ਹਾਂ, ਤੇਰੇ ਵਰਗਾ ਦੂਜਾ ਨਹੀਂ ਹੈ। ਇੰਨਾ ਨੇੜੇ ਹੈ ਸਾਡੇ। ਕਹਿ ਰਵਿਦਾਸ ਹਾਥ ਪੈ ਨੇੜੇ, ਹੱਥਾਂ ਤੋਂ ਵੀ ਨੇੜੇ ਹੈ। ਪਰ ਸੋਝੀ ਕਦੋਂ ਹੁੰਦੀ? ਜਦੋਂ ਅਸੀਂ ਸਹਿਜ ਵਿੱਚ ਜਾਂਦੇ ਹਾਂ, ਇੱਕ ਦ੍ਰਿਸ਼ਟ ਹੋ ਕੇ ਤੇ ਆਉਣਾ ਸ਼ੁਰੂ ਕਰਦੇ ਹਾਂ। ਸਹਿਜੇ ਹੋਏ ਸੋ ਹੋਏ, ਸਹਿਜੇ ਹੋਏ ਸੋ ਹੋਈ। ਵੀ ਹੋਣਾ ਕਦੋਂ? ਜਦ ਸਹਿਜ ਦੇ ਵਿੱਚ ਆਵਾਂਗੇ। ਸੋ ਆਓ ਗੁਰੂ ਪਿਆਰਿਓ, ਹੁਣ ਆਪਾਂ ਨਾਲ ਨਾਲ ਸਹਿਜ ਦੇ ਵਿੱਚ ਪ੍ਰਭੂ ਦੇ ਦਰ ਤੇ ਕਿਵੇਂ ਆਪਣੇ ਮਨ ਨੂੰ ਰੰਗਣਾ ਹੈ, ਕਿਵੇਂ ਆਪਾਂ ਉਸ ਦੇ ਦਰ ਤੇ ਭਗਤੀ ਕਰਨੀ ਹੈ, ਆਪਣੇ ਮਨ ਨੂੰ ਉਸ ਦੇ ਰੰਗ ਦੇ ਵਿੱਚ ਰੰਗਣਾ ਹੈ ਤੇ ਉਸੇ ਦਾ ਮਾਣ ਕਰਨਾ ਹੈ, ਕਿਉਂਕਿ ਉਹ ਹੀ ਸਮਰੱਥ ਹੈ। ਉਹ ਆਦ ਵਿੱਚ ਵੀ ਸਾਨੂੰ ਪਾਲਣਹਾਰ ਹੈ, ਮਨ ਸਮੇਂ ਵੀ ਰੱਖਦਾ ਹੈ ਤੇ ਇੱਥੇ ਵੀ ਪਾਲਦਾ ਹੈ, ਲੋਕ ਦੇ ਵਿੱਚ ਵੀ ਤੇ ਲੋਕ ਦੇ ਵਿੱਚ ਵੀ ਸਾਨੂੰ ਸੁਖ ਦਿੰਦਾ ਹੈ। ਆਦ ਅੰਤ ਪ੍ਰਭ ਰਾਖਣਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਮਰਜੀ ਕਹਿੰਦੇ ਉਹਦੇ ਨਾਲ ਪ੍ਰੀਤ ਨਹੀਂ ਪਾਉਂਦਾ, ਜਿਹੜਾ ਸਾਨੂੰ ਆਦ ਵਿੱਚ ਵੀ ਰੱਖਿਆ, ਮਾਤਾ ਦੇ ਘਰ ਵਿੱਚ, ਜਿੱਥੇ ਕੋਈ ਵੀ ਸਾਡੀ ਰਾਖੀ ਨਹੀਂ ਕਰ ਸਕਦਾ, ਉੱਥੇ ਵੀ ਸਾਡੀ ਰਖਵਾਲੀ ਕੀਤੀ। ਉੱਥੇ ਸਮਰੱਥ ਹੋਈ ਹੈ। ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਤੇ ਫਿਰ ਅੰਤ ਸਮੇਂ ਫਿਰ ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਡ ਜਾਏ। ਅੰਤ ਸਮੇਂ ਫਿਰ ਸਾਡੀ ਰਾਖੀ ਕਰਦਾ ਹੈ। ਜਿੱਥੇ ਸਾਡਾ ਕੋਈ ਸਾਥ ਨਹੀਂ ਦਿੰਦਾ, ਉੱਥੇ ਸਾਡੇ ਨਾਲ ਆਪ ਚੱਲਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸੰਗ ਸਖਾ ਸਭ ਤਜ ਗਇਓ, ਕੋਈ ਨ ਨਿਭਿਓ ਸਾਥ, ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਸੋ ਆਓ ਉਸੇ ਦੇ ਨਾਲ ਪਿਆਰ ਪਾਉਣਾ ਹੈ, ਉਸੇ ਦੇ ਵਿੱਚ ਕਿਵੇਂ ਮਨ ਨੂੰ ਰਤਨਾ ਹੈ, ਰੰਗਣਾ ਹੈ, ਤੇ ਕਿਵੇਂ ਉਸ ਦੇ ਦਰ ਤੇ ਬੈਠ ਕੇ ਭਗਤੀ ਕਰਨੀ ਹੈ। ਪਰ ਇਹ ਕਿੱਦਾਂ ਹੈ ਕਿ ਸੁਣ ਕੇ ਚੁੱਪ ਕਰਕੇ ਆਪਾਂ ਪਿਆਰ ਪਾਉਣਾ ਹੈ। ਪਹਿਲਾਂ ਉਦੋਂ ਤੱਕ ਜਦੋਂ ਤੱਕ ਸਾਨੂੰ ਆਪ ਬੁਲਾਉਂਦਾ ਨਹੀਂ, ਆਪਣੀ ਸਿਫਤ ਸਲਾਹ ਨਹੀਂ ਕਰਵਾਉਂਦਾ, ਬਖਸ਼ਦਾ, ਉਦੋਂ ਤੱਕ ਆਪਾਂ ਬੋਲਣਾ ਨਹੀਂ। ਜਿੰਨਾ ਬੋਲੇ ਉਹਨਾਂ ਦੱਸ ਦਿੱਤਾ ਕਿ ਅਸੀਂ ਨਹੀਂ ਬੋਲੇ, ਤੂੰ ਸਾਨੂੰ ਜਦੋਂ ਬੁਲਾਇਆ ਅਸੀਂ ਫਿਰ ਬੋਲੇ। ਜਿਉਂ ਤੂੰ ਬੁਲਾਵੇ ਤੇ ਬੋਲਾਂ ਸੁਆਮੀ। ਸੋ ਇਸ ਕਰਕੇ ਆਓ ਆਪਾਂ ਪਿਆਰ ਪਾਉਣਾ ਹੈ, ਧਿਆਉਣਾ ਹੈ। ਕਿਵੇਂ ਧਿਆਉਣਾ ਹੈ? ਮਨ ਨੇਤਰਾਂ ਦੇ ਵਿੱਚ ਹੈ। ਇਸ ਦਰ ਨੂੰ ਆਪਾਂ ਜਾਣਾ, ਇਸ ਰਸਤੇ ਨੂੰ ਜਾਣਾ।
क्योंकि दर है मालिक दा जिथों सानू सारिਆਂ ਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ, जिस ਨੂੰ ਆਪਾਂ पढ़ते हाँ सो दर के हा सो करके हा जित बै सर्ब संभाले। भी ਉਹ ਕਿਹੜਾ ਦਰ ਹੈ ਜਿੱਥੇ ਬੈਠ ਕੇ ਸਾਰਿਆਂ ਨੂੰ ਸੰਭਾਲਦਾ ਹੈ। ਹੁਣ ਆਪਾਂ ਦੇਖੀਏ ਕਿ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ, ਇੰਨਾ ਨੇੜੇ ਹੈ। ਤੇ ਅਸੀਂ ਹੰਕਾਰੀ ਹੋ ਕੇ ਇੱਧਰ ਨੂੰ ਚੱਲ ਗਏ। ਇਸ ਪ੍ਰਭੂ ਇੱਧਰ ਨੂੰ ਆਪਾਂ ਪ੍ਰਭੂ ਦੀ ਸ਼ਾਨ 'ਚ ਜਾਂਦੇ ਹਾਂ ਤੇ ਇੱਧਰ ਨੂੰ ਸਾਡਾ ਮਨ ਬਾਹਰ ਚਲੇ ਜਾਂਦਾ, ਹੰਕਾਰੀ ਹੈ। ਇੱਥੇ ਨਿਭ ਕੇ ਪ੍ਰਭੂ ਦੇ ਚਰਨਾਂ ਜੁੜਦਾ ਹੈ। ਆਪਾਂ ਇਸ ਰਸਤੇ ਨੂੰ ਚੱਲਣਾ ਹੈ, ਇਹ ਛੱਡ ਦੇਣਾ। ਇਸ ਨੂੰ ਮਹਾਰਾਜ ਦੱਸਿਆ ਵੀ ਕੁਬਾਟੜੀ ਹੈ ਇਹ, ਦੂਜੀ ਛੋੜ ਕੁਬਾਟੜੀ, ਇੱਕ ਸੋਚਿਤ ਲਾਏ। ਵੀ ਇੱਕ ਦੇ ਨਾਲ ਚਿੱਤ ਜੋੜਨਾ ਹੈ, ਦੂਜੀ ਰਸਤਾ ਆਪਾਂ ਛੱਡ ਦੇਣਾ ਹੈ। ਇਸ ਪੁਆਇੰਟ ਤੇ ਆਪਾਂ ਪਹਿਲਾਂ ਤੋਂ ਦ੍ਰਿਸ਼ਟੀ ਨੂੰ ਫੋਕਸ ਕਰਕੇ ਦੇਖਣਾ ਹੈ ਆਪਣੇ ਆਪ ਨੂੰ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ ਹਾਂ। ਜਦੋਂ ਆਪਾਂ ਇੱਥੇ ਦ੍ਰਿਸ਼ਟੀ ਫੋਕਸ ਕਰਾਂਗੇ ਤੇ ਇਹ ਦੇਖਣਾ ਹੈ ਕਿ ਨੱਕ ਦਿਸਦਾ ਕਿ ਨਹੀਂ ਦਿਸਦਾ, ਕਿਉਂਕਿ ਜੇ ਅਸੀਂ ਇੱਕ ਦ੍ਰਿਸ਼ਟ ਹਾਂ ਤੇ ਸਾਨੂੰ ਆਪਣਾ ਨੱਕ ਨਹੀਂ ਦਿਸੇਗਾ। ਜੇ ਮਨ ਦੋ ਦ੍ਰਿਸ਼ਟੀ ਦੇ ਵਿੱਚ ਹੈ, ਦੋ ਜੋਤਾਂ ਦੇ ਵਿੱਚ ਹੈ, ਫਿਰ ਸਾਨੂੰ ਆਪਣਾ ਨੱਕ ਦਿਸੇਗਾ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਕਿ ਕਿਸ ਪਾਸਿਓਂ ਦਿਸਦਾ ਹੈ, ਸੱਜੇ ਦਿਸਦਾ ਹੈ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋਗੁਣ ਹੈ, ਇਸ ਪਾਸੇ ਤਮੋਗੁਣ ਹੈ, ਖੱਬੇ ਰਜੋਗੁਣ ਹੈ ਤੇ ਵਿਚਾਲੇ ਸਤੋਗੁਣ ਹੈ। ਇਹਨਾਂ ਆਪਾਂ ਆਪਣੇ ਆਪ ਨੂੰ ਪਰਖਣਾ ਹੈ, ਦੇਖਣਾ ਹੈ। ਉਸ ਤੋਂ ਬਾਅਦ ਫਿਰ ਮੇਰੇ ਵੱਲ ਸਮਝ ਲਿਓ, ਹੋ ਸਕਦਾ ਕੋਈ ਨਵਾਂ ਜੀਵ ਹੋਵੇ। ਪਹਿਲਾਂ ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਾਂਗੇ, ਇਹਦਾ ਆਪਣੇ ਆਪ ਨੂੰ ਪਰਖਾਂਗੇ ਧਿਆਨ ਨੂੰ ਕਿ ਕਿਸ ਪਾਸੇ ਸਾਡਾ ਧਿਆਨ ਜ਼ਿਆਦਾ, ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਆਪਾਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੇ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਸਾਹਮਣੇ, ਤੇ ਫਿਰ ਜਦੋਂ ਕਵਾਂਗੇ ਸਮ ਕਰੋ, ਫਿਰ ਇਸ ਦ੍ਰਿਸ਼ਟੀ ਫੋਕਸ ਕਰਕੇ ਫਿਰ ਦੇਖਣਾ। ਇੱਥੇ ਹੀ ਜਿਹੜੇ ਪਹਿਲਾਂ ਜੀਵ ਤੇ ਹੁੰਦੇ ਉਹ ਆਪਣੇ ਪ੍ਰਕਾਸ਼ ਰੂਪ ਨੂੰ ਦੇਖਦੇ ਨੇ। ਜੇ ਕੋਈ ਨਵਾਂ ਜੀਵ ਜਿਸ ਨੂੰ ਇਹ ਨੱਕ ਦਿਸਦਾ ਹੈ ਪਹਿਲਾਂ, ਫਿਰ ਜਦੋਂ ਆ ਕੇ ਵਾਪਸ ਇੱਥੇ ਧਿਆਨ ਲਾਉਣਾ, ਫਿਰ ਉਦੋਂ ਦੇਖਣਾ ਹੈ ਕਿ ਦਿਸ ਨੂੰ ਹਟ ਗਿਆ। ਕਿਉਂਕਿ ਮਾਲਕ 'ਚ ਆਪਾਂ ਧਿਆਨ ਲਾਇਆ, ਸਾਹਮਣੇ ਉਹ ਵਸਦਾ ਹੈ, ਉਹ ਸਾਨੂੰ ਦੋ ਤੋਂ ਇੱਕ ਕਰ ਦੇਗਾ ਤੇ ਸਾਨੂੰ ਨੱਕ ਨਹੀਂ ਦਿਸੇਗਾ। ਫਿਰ ਆਪਾਂ ਅੱਗੇ ਧਿਆਨ ਜੋ ਨੀਚੇ ਲਾਉਣਾ ਹੈ, ਜ਼ਿਆਦਾ ਨੀਚੇ ਦਾ ਅਭਿਆਸ ਕਰਨਾ ਹੈ, ਫਿਰ ਆਪਾਂ ਨਾਲ ਉਹ ਅਭਿਆਸ ਕਰਾਂਗੇ। ਆਓ ਪਹਿਲਾਂ ਨੇਤਰ ਸਮ ਕਰੀਏ, ਥੋੜਾ ਆਪਣੇ ਆਪ ਨੂੰ ਪਰਖੀਏ। सामने लेके आओ ध्यान, मस्तक दे सामने ले जाओ, पलका उत्ते चुक दो।
फिर सामने लै ही ध्यान। हाँ, सम करके देखे अपने आप ਨੂੰ। ਜੇਕਰ ਕੋਈ ਨਵਾਂ ਜੀਵ ਹੈ ਤੇ ਜਿਸ ਪਹਿਲਾਂ ਨੱਕ ਦਿਸਦਾ ਸੀ, ਹੁਣ ਉਸਨੇ ਆ ਕੇ ਧਿਆਨ ਲਾ ਕੇ ਦੇਖਣਾ ਹੈ ਕਿ ਦਿਸਣੋਂ ਹਟਿਆ ਕਿ ਨਹੀਂ। ਜੇ ਹਟ ਗਿਆ ਤਾਂ ਇੱਕ ਦ੍ਰਿਸ਼ਟ ਹੋ ਗਿਆ, ਜੇ ਨਹੀਂ ਹਟਿਆ, ਜੇ ਦਿਸਦਾ ਹੈ ਦੋ ਦ੍ਰਿਸ਼ਟ ਦੇ ਵਿੱਚ ਹੈ। ਤੇ ਐਸੇ ਜੀਵ ਕੌਲ ਵੀ ਕਰ ਸਕਦੇ ਨੇ ਸਮਝਣ ਦੇ ਵਾਸਤੇ, ਜੇ ਕੁਝ ਸਮਝਣਾ ਹੋਵੇ। ध्यान नीचे लै जाओ। नीचे जिथे भी आप बैठे, दो थले जो चादर विछी है, फर्श है, जिथे भी आप बैठे हाँ, जो थले विछया फर्श, उस तो आप थोड़ा उत्ते देखने की कोशिश करनी है। धरती तो 4-5 उंगल उत्ते देखने की कोशिश करनी। जे बैड ते बैठे हाँ, जो चादर विछी उस तो उत्ते देखने की कोशिश करनी है। इत्थे ही सानू प्रकाश अनुभव होना शुरू हो जाएगा। एक हलचल पानी की तरह प्रकाश की अनुभव होनी शुरू होएगी। फिर सम करके अपने आप को देखिए। फिर नीचे ले जो ध्यान। रिलैक्स देखना, जोर नहीं लगाना, बिल्कुल बिल्कुल नॉर्मल देखना है। ध्यान बिल्कुल ढिला छड़ के।
सामने लेके आइए ध्यान। मस्तक दे सामने लै जो पलका उत्ते चुक दो। फिर सामने लेके आओ ध्यान।
नीचे लै जो ध्यान। सम करके देखिए अपने आप को। वाहिगुरु जी का खालसा, वाहिगुरु जी की फतेह। सो गुरमुख प्यारे हो, इस तरीके दे नाल आपां जुड़ना है, मालिक दे नाल ध्याना है, क्योंकि नाम परमेश्वर ध्यान दे विच ने। इदा ध्यान लगाना है, उसके चरणों दे विच जुड़ना है, ते उसे दा मान करना है, उसे दा आसरा तकना है, क्योंकि उसकी टेक रखण दे नाल अपने दुखों का नाश होता है, सुख प्राप्त होते ने। हर समझाते ने, आप पढ़ते हैं रोज ही। तिस साहेब की टेक नानक मनै माहे, जिस सिमरत सुख होए सगले दुख जाहे। सो गुरु प्यारिओ, इन्निक विचार करते हैं, बहुत सारिया भुलां हो जांदियां हन। आप संगत सतगुरु जी बख्शन जोग हो, बख्श लेना जी। वाहिगुरु जी का खालसा, वाहिगुरु जी की फतेह।